ਬਦਲਾਓ ਕਿੰਨਾ ਜ਼ਰੂਰੀ ਹੈ। ਪਿਛਲੇ ਪੋਡਕਾਸਟ ਨੂੰ ਅੱਗੇ ਤੋਰਦੇ ਹੋਏ ਆਪਾਂ ਗੱਲ ਕਰਦੇ ਹਾਂ ਬਹੁਤ ਹੀ ਵੱਡੀ ਮੋਬਾਈਲ ਕੰਪਨੀ ਨੋਕੀਆ ਦੀ। ਨੋਕੀਆ ਕਿਵੇਂ ਇੱਕ ਟੌਪ ਦੀ ਕੰਪਨੀ ਹੁੰਦੇ ਹੋਏ ਮਾਰਕੀਟ ਵਿੱਚੋਂ ਬਾਹਰ ਹੋ ਗਈ। ਮੇਰਾ ਪਹਿਲਾ ਮੋਬਾਈਲ ਵੀ ਨੋਕੀਆ ਕੰਪਨੀ ਦਾ ਹੀ ਸੀ, ਮਾਡਲ 3310। 1998 ਤੱਕ ਨੋਕੀਆ ਦੁਨੀਆ ਦੀ ਸਭ ਤੋਂ ਜ਼ਿਆਦਾ ਮੋਬਾਈਲ ਵੇਚਣ ਵਾਲੀ ਕੰਪਨੀ ਬਣ ਚੁੱਕੀ ਸੀ। ਜੇ ਦੁਨੀਆ ਦੇ ਬੈਸਟ ਸੈਲਿੰਗ ਮੋਬਾਈਲ ਫੋਨ ਦੀ ਗੱਲ ਕਰੀਏ ਤਾਂ ਨੋਕੀਆ ਦਾ 1100 ਮਾਡਲ ਸੀ ਜੋ 2003 ਵਿੱਚ ਲਾਂਚ ਹੋਇਆ ਸੀ। ਨੋਕੀਆ ਦੇ ਫੋਨ ਦੀ ਕੁਆਲਿਟੀ ਦਾ ਕੋਈ ਮੁਕਾਬਲਾ ਨਹੀਂ ਸੀ, ਇਸ ਵਿੱਚ ਕੋਈ ਸ਼ੱਕ ਨਹੀਂ। ਛੋਟੇ ਫੋਨਾਂ ਤੋਂ ਬਾਅਦ ਜਦ ਨੋਕੀਆ ਨੇ ਟੱਚ ਫੋਨ ਜਾਂ ਸਮਾਰਟਫੋਨ ਲਾਂਚ ਕੀਤੇ ਤਾਂ ਉਹਨਾਂ ਵਿੱਚ ਚੱਲਣ ਵਾਲਾ ਸੌਫਟਵੇਅਰ ਸਿੰਬੀਅਨ ਸੀ। ਤੁਸੀਂ ਪੁਰਾਣਾ ਨੋਕੀਆ ਦਾ ਕੋਈ ਵੀ ਫੋਨ ਦੇਖ ਲਵੋ, ਉਸ ਵਿੱਚ ਤੁਹਾਨੂੰ ਸਿੰਬੀਅਨ ਸੌਫਟਵੇਅਰ ਮਿਲੇਗਾ। 2007 ਵਿੱਚ ਕੀ ਹੁੰਦਾ? 2007 ਵਿੱਚ ਐਪਲ ਆਈਫੋਨ ਲਾਂਚ ਕਰਦਾ। ਆਈਫੋਨ ਵਿੱਚ ਸੌਫਟਵੇਅਰ ਸੀ iOS, ਜੋ ਕਿ ਹੁਣ ਵੀ ਚੱਲ ਰਿਹਾ ਹੈ। ਨੋਕੀਆ ਉਸ ਟਾਈਮ ਦੀ ਬਾਦਸ਼ਾਹ ਕੰਪਨੀ ਹੋਣ ਕਰਕੇ ਨੋਕੀਆ ਨੇ ਆਈਫੋਨ ਨੂੰ ਜ਼ਿਆਦਾ ਸੀਰੀਅਸ ਨਹੀਂ ਲਿਆ, ਪਰ ਆਈਫੋਨ ਵਿੱਚ ਸਾਰਾ ਕੁਝ ਨੋਕੀਆ ਨਾਲੋਂ ਵੱਖਰਾ ਹੋਣ ਕਰਕੇ ਲੋਕਾਂ ਨੂੰ ਪਸੰਦ ਆਉਣ ਲੱਗਾ। ਦੂਜੇ ਪਾਸੇ ਇਹਨਾਂ ਦਿਨਾਂ ਵਿੱਚ ਹੀ ਗੂਗਲ ਨੇ ਐਂਡਰੋਇਡ ਬਣਾ ਲਿਆ ਸੀ, ਪਰ ਨੋਕੀਆ ਅਜੇ ਵੀ ਆਪਣੀ ਹਾਰਡਵੇਅਰ ਕੁਆਲਿਟੀ ਨਾਲ ਸਿੰਬੀਅਨ ਸੌਫਟਵੇਅਰ ਦੇ ਆਧਾਰਿਤ ਹੀ ਫੋਨ ਲਾਂਚ ਕਰ ਰਿਹਾ ਸੀ। ਆਈਫੋਨ ਨੂੰ ਟੱਕਰ ਦੇਣ ਲਈ ਨੋਕੀਆ ਨੇ N97 ਮਾਡਲ ਲਾਂਚ ਕੀਤਾ। ਇਸ ਨੂੰ ਆਈਫੋਨ ਕਿਲਰ ਵੀ ਕਿਹਾ ਗਿਆ, ਪਰ ਇਹ ਵੀ ਕੋਈ ਜ਼ਿਆਦਾ ਕਮਾਲ ਨਹੀਂ ਕਰ ਸਕਿਆ ਕਿਉਂਕਿ ਨੋਕੀਆ ਨੇ ਇਸ ਵਿੱਚ ਵੀ ਸਿੰਬੀਅਨ ਸੌਫਟਵੇਅਰ ਹੀ ਯੂਜ਼ ਕੀਤਾ ਸੀ। ਅਸਲ ਵਿੱਚ ਇੱਥੇ ਨੋਕੀਆ ਇੱਕ ਚੀਜ਼ ਨਹੀਂ ਸਮਝ ਰਿਹਾ ਸੀ ਕਿ ਹੁਣ ਟਾਈਮ ਹਾਰਡਵੇਅਰ ਦਾ ਨਹੀਂ ਸੌਫਟਵੇਅਰ ਦਾ ਆ ਗਿਆ ਸੀ, ਪਰ ਨੋਕੀਆ ਅਜੇ ਵੀ ਆਪਣੇ ਸਿੰਬੀਅਨ ਸੌਫਟਵੇਅਰ ਨਾਲ ਹੀ ਫੋਨ ਲਾਂਚ ਕਰਦਾ ਰਿਹਾ। ਜਦੋਂ ਨੋਕੀਆ ਕੰਪਨੀ ਦੀ ਮਾਰਕੀਟ ਵੈਲਿਊ 90% ਤੱਕ ਡਿੱਗ ਗਈ ਤਾਂ ਫਿਰ ਨੋਕੀਆ ਨੇ ਸੋਚਿਆ ਕਿ ਸੱਚ ਵਿੱਚ ਟਾਈਮ ਸੌਫਟਵੇਅਰ ਦਾ ਆ ਗਿਆ ਹੈ ਤੇ ਉਹਨਾਂ ਨੂੰ ਸੌਫਟਵੇਅਰ ਬਦਲਣਾ ਪਵੇਗਾ। ਨੋਕੀਆ ਨੇ ਗੂਗਲ ਕੋਲੋਂ ਐਂਡਰੋਇਡ ਲੈਣ ਬਾਰੇ ਸੋਚਿਆ, ਪਰ ਨੋਕੀਆ ਨੇ ਗੂਗਲ ਕੋਲੋਂ ਐਂਡਰੋਇਡ ਨਾ ਲੈ ਕੇ ਮਾਈਕਰੋਸਾਫਟ ਕੋਲੋਂ ਆਪਣੇ ਫੋਨਾਂ ਲਈ ਵਿੰਡੋ ਸਿਸਟਮ ਲੈ ਲਿਆ ਅਤੇ ਵਿੰਡੋ ਫੋਨ ਲਾਂਚ ਕੀਤੇ। ਪਰ ਉਹ ਵੀ ਨਹੀਂ ਚੱਲੇ, ਕੋਈ ਖਾਸ ਜਾਦੂ ਨਹੀਂ ਕਰ ਸਕੇ ਕਿਉਂਕਿ ਆਈਫੋਨ ਅਤੇ ਐਂਡਰੋਇਡ ਲਈ ਬਹੁਤ ਸਾਰੀਆਂ ਐਪਲੀਕੇਸ਼ਨ ਬਣ ਚੁੱਕੀਆਂ ਸਨ, ਪਰ ਵਿੰਡੋ ਲਈ 30-40 ਤੋਂ ਜ਼ਿਆਦਾ ਐਪਲੀਕੇਸ਼ਨ ਨਹੀਂ ਮਿਲਦੀਆਂ ਸਨ। ਗੂਗਲ ਨੇ ਅਤੇ ਐਪਲ ਨੇ ਐਪਸ ਬਣਾਉਣ ਲਈ ਬਹੁਤ ਜ਼ਿਆਦਾ ਇਨਵੈਸਟਮੈਂਟ ਕੀਤੀ ਸੀ। ਵਿੰਡੋ ਐਪਸ ਜ਼ਿਆਦਾ ਨਾ ਹੋਣ ਕਰਕੇ ਨੋਕੀਆ ਵਿੰਡੋ ਫੋਨ ਵੀ ਫੇਲ ਹੋ ਗਏ। ਬਾਅਦ ਵਿੱਚ ਨੋਕੀਆ ਕੰਪਨੀ ਮਾਈਕਰੋਸਾਫਟ ਨੇ ਖਰੀਦ ਲਈ। ਨੋਕੀਆ ਨੇ ਸਮੇਂ 'ਤੇ ਆਪਣੇ ਵਿੱਚ ਬਦਲਾਅ ਨਹੀਂ ਕੀਤੇ ਅਤੇ ਨੋਕੀਆ ਨੂੰ ਮਾਰਕੀਟ ਤੋਂ ਬਾਹਰ ਜਾਣਾ ਪਿਆ। ਹੁਣ ਆਪਾਂ ਗੱਲ ਕਰਦੇ ਹਾਂ ਅੰਬੈਸਡਰ ਕਾਰ ਦੀ। ਸਾਰੇ ਅੰਬੈਸਡਰ ਕਾਰ ਬਾਰੇ ਜਾਣਦੇ ਹੋਣਗੇ। ਸਭ ਨੇ ਇਹ ਕਾਰ ਮੰਤਰੀਆਂ ਕੋਲ ਜਾਂ ਫਿਲਮਾਂ ਵਿੱਚ ਦੇਖੀ ਹੋਵੇਗੀ। ਇਹ ਕਾਰ ਕਿਸੇ ਸਮੇਂ ਇੰਡੀਆ ਦੀ ਸਭ ਤੋਂ ਟੌਪ ਅਤੇ ਸੇਫ ਕਾਰ ਸੀ। ਅੰਬੈਸਡਰ ਕਾਰ ਨੂੰ ਹਿੰਦੁਸਤਾਨ ਮੋਟਰ ਕੰਪਨੀ ਵੱਲੋਂ ਬਣਾਇਆ ਗਿਆ ਸੀ। ਅੰਬੈਸਡਰ ਕਾਰ ਨੂੰ ਇੰਡੀਆ ਦੀ ਕਾਰ ਵੀ ਕਿਹਾ ਜਾਂਦਾ ਸੀ। ਇਹ ਕਾਰ ਬਹੁਤ ਸਮੇਂ ਤੱਕ ਇੰਡੀਆ ਦੀ ਟੌਪ ਸੇਲਰ ਕਾਰ ਰਹੀ, ਪਰ ਹੌਲੀ-ਹੌਲੀ ਦੂਸਰੀਆਂ ਕੰਪਨੀਆਂ ਦੀ ਐਂਟਰੀ ਨੇ ਇਸ ਨੂੰ ਹਿਲਾਉਣਾ ਦਿੱਤਾ। ਬਾਹਰਲੀਆਂ ਕਾਰਾਂ ਦੇ ਆਉਣ ਤੱਕ ਹਿੰਦੁਸਤਾਨ ਮੋਟਰ ਕੰਪਨੀ ਸਿਰਫ ਅੰਬੈਸਡਰ ਕਾਰ ਹੀ ਬਣਾ ਰਹੀ ਸੀ। ਹਰ ਕਾਰ ਵਿੱਚ ਸੇਮ ਮਟੀਰੀਅਲ ਅਤੇ ਸੇਮ ਹੀ ਇੰਜਨ ਵਰਤਿਆ ਜਾਂਦਾ ਸੀ। ਕੰਪਨੀ ਕੋਈ ਚੇਂਜ ਨਹੀਂ ਕਰ ਰਹੀ ਸੀ, ਨਾ ਕੋਈ ਨਵੇਂ ਫੀਚਰ ਦੇ ਰਹੀ ਸੀ। ਜਦੋਂ ਬਾਹਰਲੀਆਂ ਗੱਡੀਆਂ ਦੀ ਵਿਕਰੀ ਇੰਡੀਆ ਵਿੱਚ ਵੱਧ ਗਈ ਤੇ ਗੱਡੀਆਂ ਲੋਕਾਂ ਨੂੰ ਪਸੰਦ ਆਉਣ ਲੱਗੀਆਂ, ਉਦੋਂ ਹਿੰਦੁਸਤਾਨ ਮੋਟਰ ਨੇ ਸੋਚਿਆ ਕਿ ਹੁਣ ਕੁਝ ਨਵਾਂ ਕਰਨਾ ਪੈਣਾ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਫਿਰ ਇਹਨਾਂ ਨੇ 1-2 ਮਾਡਲ ਨਵੇਂ ਬਣਾਏ, ਪਰ ਉਹੀ ਪੁਰਾਣੇ ਇੰਜਨਾਂ ਨਾਲ। ਪਰ ਇਹਨਾਂ ਦੀਆਂ ਉਹ ਗੱਡੀਆਂ ਵੀ ਕੋਈ ਜ਼ਿਆਦਾ ਜਾਦੂ ਨਹੀਂ ਕਰ ਸਕੀਆਂ ਕਿਉਂਕਿ ਬਾਹਰ ਵਾਲੀਆਂ ਗੱਡੀਆਂ ਦੀ ਟੈਕਨੋਲੋਜੀ ਜ਼ਿਆਦਾ ਐਡਵਾਂਸ ਅਤੇ ਫੀਚਰ ਵੀ ਜ਼ਿਆਦਾ ਸਨ। ਨੋਕੀਆ ਵਾਂਗੂ ਅੰਬੈਸਡਰ ਵਾਲੇ ਵੀ ਆਪਣੀ ਵਧੀਆ ਅਤੇ ਸੇਫ ਬਾਡੀ ਨੂੰ ਜਫਾ ਮਾਰ ਕੇ ਬੈਠੇ ਸਨ, ਪਰ ਟਾਈਮ ਹਾਈ ਟੈਕਨੋਲੋਜੀ ਅਤੇ ਹੋਰ ਆਸਾਨ ਅਤੇ ਨਵੇਂ ਫੀਚਰਾਂ ਦਾ ਆ ਗਿਆ ਸੀ। ਸਮੇਂ 'ਤੇ ਆਪਣੇ ਵਿੱਚ ਬਦਲਾਅ ਨਾ ਕਰਨ ਕਰਕੇ ਇਸ ਕੰਪਨੀ ਨੂੰ ਵੀ ਮਾਰਕੀਟ 'ਚੋਂ ਬਾਹਰ ਜਾਣਾ ਪਿਆ। ਇੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਅੰਬੈਸਡਰ ਕਾਰ ਮਾੜੀ ਸੀ,
ਸਿਰਫ ਕੰਪਨੀ ਵੱਲੋਂ ਸਮੇਂ ਤੇ ਬਦਲਾਅ ਨਹੀਂ ਕੀਤੇ ਗਏ। ਡਿਮਾਂਡ ਨੂੰ ਨਾ ਸਮਝਣ ਕਰਕੇ ਇੱਕ ਵਧੀਆ ਕਾਰ ਬਣਾਉਣ ਵਾਲੀ ਕੰਪਨੀ ਨੂੰ ਖਤਮ ਹੋਣਾ ਪਿਆ। ਇੱਕ ਕੰਪਨੀ ਸੀ HMT, ਜੋ ਅੱਜ ਦੇ ਦਿਨ ਵਿੱਚ ਖਤਮ ਹੋ ਚੁੱਕੀ ਹੈ। ਇਹ ਕੰਪਨੀ ਘੜੀਆਂ ਬਣਾਉਂਦੀ ਸੀ ਸੂਈਆਂ ਵਾਲੀਆਂ। ਤਕਰੀਬਨ ਸਾਰਿਆਂ ਨੇ ਘੜੀਆਂ ਦੇਖੀਆਂ ਹੋਣੀਆਂ ਨੇ। ਕਿਸੇ ਸਮੇਂ HMT ਦੀ ਘੜੀ ਜਿਸ ਦੇ ਗੁੱਟ ਤੇ ਹੁੰਦੀ ਸੀ, ਉਸ ਨੂੰ ਬਹੁਤ ਪੜ੍ਹਿਆ ਲਿਖਿਆ ਇਨਸਾਨ ਮੰਨਿਆ ਜਾਂਦਾ ਸੀ ਅਤੇ ਟੌਪ ਮਾਡਲ ਵਾਲੇ ਨੂੰ ਅਮੀਰ। ਪਰ ਗੱਲ ਉਹੀ ਹੋਈ, ਇਹ ਕੰਪਨੀ ਆਪਣੇ ਉਹੀ ਸੂਈਆਂ ਵਾਲੇ ਮਾਡਲਾਂ ਤੇ ਅੜੀ ਰਹੀ ਅਤੇ ਟਾਈਮ ਬਦਲ ਰਿਹਾ ਸੀ। ਦੂਸਰੀਆਂ ਕੰਪਨੀਆਂ ਨੇ ਨੰਬਰਾਂ ਵਾਲੀਆਂ ਘੜੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ, ਜਿਸ ਨੂੰ ਉਸ ਸਮੇਂ ਡਿਜੀਟਲ ਟਾਈਮ ਵਾਚ ਕਿਹਾ ਜਾਂਦਾ ਸੀ। ਸ਼ਾਇਦ ਸਾਰਿਆਂ ਨੇ ਕੈਸੀਓ ਦੀਆਂ ਘੜੀਆਂ ਦੇਖੀਆਂ ਹੋਣਗੀਆਂ, ਪਰ HMT ਵਾਲੇ ਅਜੇ ਵੀ ਉਹੀ ਸੂਈਆਂ ਵਾਲੀਆਂ ਘੜੀਆਂ ਬਣਾਈ ਜਾ ਰਹੇ ਸਨ। ਲੋਕਾਂ ਦੀ ਪਸੰਦ ਬਦਲ ਗਈ ਅਤੇ HMT ਨੇ ਬਦਲਾਅ ਨਹੀਂ ਕੀਤੇ ਅਤੇ ਕੰਪਨੀ ਨੂੰ ਬੰਦ ਹੋਣਾ ਪਿਆ। ਜੇ ਘੜੀਆਂ ਦੀ ਗੱਲ ਕਰੀਏ ਤਾਂ ਟੈਕਨੋਲੋਜੀ ਸਮਾਰਟ ਵਾਚ ਤੱਕ ਪਹੁੰਚ ਚੁੱਕੀ ਹੈ। ਸਮਾਰਟ ਵਾਚ ਵਿੱਚ ਸਮਾਂ ਦੇਖਣ ਤੋਂ ਇਲਾਵਾ ਹੋਰ ਬਹੁਤ ਕੁਝ ਹੈ ਜੋ ਕਿ ਫ਼ੋਨ ਵਿੱਚ ਮਿਲਦਾ ਹੈ। ਜਿਹੜੀਆਂ ਘੜੀਆਂ ਦੀਆਂ ਕੰਪਨੀਆਂ ਨੇ ਸਮੇਂ ਰਹਿੰਦੇ ਬਦਲਾਅ ਕੀਤੇ, ਉਹ ਅੱਜ ਵੀ ਚੱਲ ਰਹੀਆਂ ਹਨ। ਇਹ ਸਨ ਕੁਝ ਕੰਪਨੀਆਂ ਜੋ ਕਦੇ ਟੌਪ ਤੇ ਸਨ, ਪਰ ਸਮੇਂ ਰਹਿੰਦੇ ਆਪਣੇ ਆਪ ਨੂੰ ਬਦਲਿਆ ਨਹੀਂ ਅਤੇ ਖਤਮ ਹੋਣਾ ਪਿਆ। ਹੋਰ ਵੀ ਇੱਦਾਂ ਦੀਆਂ ਬਹੁਤ ਸਾਰੀਆਂ ਕੰਪਨੀਆਂ ਹਨ ਜੋ ਕਿ ਖਤਮ ਹੋ ਚੁੱਕੀਆਂ ਹਨ। ਇੱਥੇ ਇਹ ਗੱਲ ਕਰਨੀ ਵੀ ਬਹੁਤ ਜ਼ਰੂਰੀ ਬਣਦੀ ਹੈ ਕਿ ਬਹੁਤ ਸਾਰੀਆਂ ਪੁਰਾਣੀਆਂ ਕੰਪਨੀਆਂ ਅੱਜ ਵੀ ਚੱਲ ਰਹੀਆਂ ਹਨ। ਉਹ ਕੰਪਨੀਆਂ ਜੋ ਕਿ 100 ਸਾਲ ਤੋਂ ਇਸ ਧਰਤੀ ਤੇ ਚੱਲ ਰਹੀਆਂ ਹਨ, ਜਿਨ੍ਹਾਂ ਨੇ ਸਮੇਂ ਰਹਿੰਦੇ ਆਪਣੇ ਵਿੱਚ ਬਦਲਾਅ ਕੀਤੇ। ਇੱਥੇ ਇੱਕ ਕੰਪਨੀ ਦੀ ਗੱਲ ਕਰਨੀ ਬਣਦੀ ਹੈ, ਟਾਟਾ ਦੀ। ਘੱਟੋ ਘੱਟ ਵੀ 100 ਸਾਲ ਹੋ ਚੁੱਕੇ ਹਨ ਇਸ ਕੰਪਨੀ ਨੂੰ, ਪਰ ਅਜੇ ਤੱਕ ਵੀ ਟੌਪ ਤੇ ਚੱਲ ਰਹੀ ਹੈ। ਕਿਉਂ? ਕਿਉਂਕਿ ਇਸ ਕੰਪਨੀ ਨੇ ਸਮੇਂ ਰਹਿੰਦੇ ਆਪਣੇ ਵਿੱਚ ਹਰ ਤਰ੍ਹਾਂ ਦੇ ਬਦਲਾਅ ਕੀਤੇ ਹਨ ਅਤੇ ਹਰ ਤਰ੍ਹਾਂ ਦੇ ਬਿਜ਼ਨਸ ਵਿੱਚ ਇਨਵੈਸਟਮੈਂਟ ਕੀਤੀ ਹੈ। ਜੇ ਆਪਾਂ ਟਾਟਾ ਮੋਟਰ ਦੀ ਗੱਲ ਕਰੀਏ ਤਾਂ ਤੁਸੀਂ ਉਹਨਾਂ ਦੇ ਗੱਡੀਆਂ ਵਿੱਚ ਇੰਪਰੂਵਮੈਂਟ ਦੇਖੋ। ਜਦ ਦੁਨੀਆ ਵਿੱਚ ਛੋਟੀਆਂ ਗੱਡੀਆਂ ਬਣਾਉਣ ਦਾ ਰੁਝਾਨ ਵਧਿਆ ਤਾਂ ਟਾਟਾ ਨੇ ਨੈਨੋ ਕਾਰ ਬਣਾਈ। ਕਾਮਯਾਬ ਹੋਈ ਜਾਂ ਨਹੀਂ, ਪਰ ਉਹ ਪਿੱਛੇ ਨਹੀਂ ਰਹੇ। ਹੁਣ ਟਾਟਾ ਇਲੈਕਟ੍ਰੀਕਲ ਗੱਡੀਆਂ ਤੇ ਇਨਵੈਸਟ ਕਰ ਰਹੀ ਹੈ। ਬਹੁਤ ਹੀ ਜਲਦੀ ਆਪਾਂ ਨੂੰ ਟਾਟਾ ਦੀ ਇਲੈਕਟ੍ਰੀਕਲ ਕਾਰ ਵੀ ਦੇਖਣ ਨੂੰ ਮਿਲੇਗੀ। ਸਮੇਂ ਦੇ ਨਾਲ ਆਪਣੇ ਵਪਾਰ ਵਿੱਚ ਨਵਾਂਪਨ ਲਿਆਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਮਾਂ ਰੁਕਦਾ ਨਹੀਂ। ਇਸ ਲਈ ਬਦਲਦੇ ਰਹੋ। ਇਸ ਪੋਡਕਾਸਟ ਵਿੱਚ ਆਪਾਂ ਗੱਲ ਕੀਤੀ ਕਿਵੇਂ ਕੁਝ ਵੱਡੀਆਂ ਕੰਪਨੀਆਂ ਨੇ ਬਦਲਾਅ ਨਹੀਂ ਕੀਤੇ ਅਤੇ ਖਤਮ ਹੋ ਗਈਆਂ। ਅਗਲੇ ਪੋਡਕਾਸਟਾਂ ਵਿੱਚ ਆਪਾਂ ਗੱਲ ਕਰਾਂਗੇ ਕਿਵੇਂ ਅੱਜ ਦੀ ਟੈਕਨੋਲੋਜੀ ਕੰਮ ਕਰ ਰਹੀ ਹੈ ਅਤੇ ਇਸ ਨੂੰ ਆਪਾਂ ਕਿਵੇਂ ਵਰਤ ਸਕਦੇ ਹਾਂ ਅਤੇ ਅੱਜ ਦੀ ਟੈਕਨੋਲੋਜੀ ਨੂੰ ਕਿਉਂ ਵਰਤਣਾ ਜ਼ਰੂਰੀ ਹੈ।